ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਮਹਾਰਾਜ ਜੀ ਕਹਿੰਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਮਹਾਰਾਜ ਜੀ ਕਹਿੰਦੇ ਨੇ, ਜੋ ਹੁਕਮ ਮੰਨਦੇ ਨੇ ਉਹ ਸਾਡੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਂਦੇ ਨੇ। ਤਾਂ ਖਸਮੇ ਕਾ ਮੈਲ ਪਾਏ ਸੀ। ਖਸਮ ਕੌਣ ਆ? ਉਹ ਖਸਮ ਸਾਡਾ ਪਰਮੇਸ਼ਰ ਹੈ, ਕਿਉਂਕਿ ਸਾਰੇ ਰਿਸ਼ਤੇ ਸਾਨੂੰ ਉਹਦੇ ਨਾਲ ਹੀ ਰੱਖਣੇ ਚਾਹੀਦੇ ਸਨ, ਕਿਉਂਕਿ ਬਾਕੀ ਤਾਂ ਸਭ ਰਿਸ਼ਤੇ ਝੂਠੇ ਸਨ। ਅਸਲੀ ਰਿਸ਼ਤਾ ਉਹਦੇ ਨਾਲ ਆ ਸਾਡਾ, ਜੇ ਅਸੀਂ ਮੰਨੀਏ ਤਾਂ। ਉਹੋ ਹੀ ਗੁਰਮੁਖੋ ਸੁੱਖ ਪ੍ਰਾਪਤ ਕਰਦਾ ਹੈ ਜੋ ਪ੍ਰਭੂ ਪਰਮਾਤਮਾ ਦੇ ਨਾਲ ਰਿਸ਼ਤਾ ਰੱਖਦਾ ਹੈ। ਉਹ ਹੀ ਉਹਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੁੰਦਾ ਹੈ ਜੋ ਉਹਦਾ ਹੁਕਮ ਮੰਨਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਕਿਉਂਕਿ ਜੋ ਵੀ ਉਸ ਖਸਮ ਨੂੰ ਪਰਮਾਤਮਾ ਪ੍ਰਭੂ ਨੂੰ ਭਾਉਂਦਾ ਹੈ, ਸਾਨੂੰ ਉਹੀ ਕੰਮ ਕਰਨਾ ਚਾਹੀਦਾ ਹੈ। ਫਿਰ ਸਾਨੂੰ ਸਾਡੇ ਮਨ ਦੀਆਂ ਮੁਰਾਦਾਂ ਜੋ ਵੀ ਹੋਣ, ਜੋ ਵੀ ਸਾਡਾ ਮਨ ਚਾਹੁੰਦਾ ਹੋਵੇ, ਜੋ ਵੀ ਸਾਡੀ ਮੰਗ ਹੋਵੇ, ਉਹੀ ਸਾਡੀ ਮੰਗ ਪੂਰੀ ਹੁੰਦੀ ਹੈ। ਕਿਉਂਕਿ ਪ੍ਰਭੂ ਪਰਮਾਤਮਾ ਨੂੰ ਕੀ ਭਾਉਂਦਾ ਹੈ? ਪ੍ਰਭੂ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਇਸ ਕਰਕੇ ਭੇਜਿਆ ਹੈ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜਨਾ ਹੈ, ਤੁਸੀਂ ਨਾਮ ਜਪਣਾ ਹੈ। ਅਸਲੀ ਕਿਰਤ ਤਾਂ ਸਾਡੀ ਇਹੀ ਹੈ, ਕਿਉਂਕਿ ਪਰਮਾਤਮਾ ਕਹਿੰਦੇ ਨੇ ਵੀ ਕਿਰਤ ਹੋਰ ਵੀ ਕਰੋ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹਲ ਵਾਹ ਕੇ ਦਿਖਾ ਲਿਆ, ਉਹ ਸਾਨੂੰ ਧਰਮ ਦੀ ਕਿਰਤ ਕਰਨ ਦੀ ਜਾਚ ਦੱਸੀ ਹੈ ਗੁਰੂ ਸਾਹਿਬ ਨੇ। ਗੁਰੂ ਸਾਹਿਬ ਕਹਿੰਦੇ ਨੇ, ਧਰਮ ਦੀ ਕਿਰਤ ਕਰੋ ਜਿਹੜੀ ਗੁਰੂ ਸਾਹਿਬ ਨੂੰ ਵੀ ਚੰਗੀ ਲੱਗੇ। ਆਪਣੇ ਧੰਦੇ ਸਾਰੇ ਕਰੋ ਧਰਮ ਦੇ, ਪਰ ਗੁਰੂ ਦੇ ਹੁਕਮ ਦੇ ਵਿੱਚ ਰਹੋ, ਕਿਉਂਕਿ ਤੁਹਾਨੂੰ ਫੇਰ ਹੀ ਸੁੱਖ ਪ੍ਰਾਪਤ ਹੋ ਸਕਦੇ ਹਨ। ਜੋ ਤੁਹਾਡੇ ਮਨ ਦੀ ਮੁਰਾਦ ਹੈ ਉਹੀ ਤੁਸੀਂ ਮੰਗੋਗੇ, ਤੁਹਾਡੀ ਉਹੀ ਮਨ ਦੀ ਮੁਰਾਦ ਪੂਰੀ ਹੋਊਗੀ। ਮਹਾਰਾਜ ਜੀ ਕਹਿੰਦੇ ਨੇ, ਤਾਂ ਦਰਗੇ ਪੈਥਾ ਜਾਏ ਸੀ। ਗੁਰਮੁਖੋ, ਜਦੋਂ ਆਪਾਂ ਅੰਤਮ ਸਮੇਂ ਵੀ ਇਸ ਸਰੀਰ ਨੂੰ ਛੱਡ ਕੇ ਸੰਸਾਰ ਤੋਂ ਜਾਣਾ ਹੈ, ਉਸ ਸਮੇਂ ਵੀ ਗੁਰਮੁਖੋ ਪ੍ਰਭੂ ਪਰਮਾਤਮਾ ਪਰਮੇਸ਼ਰ ਸਾਡੇ ਅੰਗ ਸੰਗ ਹੋਣਗੇ ਅਤੇ ਸਾਨੂੰ ਪਰਲੋਕ ਦੇ ਵਿੱਚ ਵੀ ਜਾ ਕੇ ਸੁੱਖ ਹੀ ਮਿਲੂਗਾ। ਅਸੀਂ ਫਿਰ ਸੱਚਖੰਡ ਦੇ ਵਾਸੀ ਬਣ ਸਕਦੇ ਹਾਂ, ਕਿਉਂਕਿ ਸੱਚਖੰਡ ਦੇ ਵਾਸੀ ਤਾਂ ਹੀ ਬਣਾਂਗੇ ਜੇ ਪਰਮਾਤਮਾ ਦੇ ਹੁਕਮ ਦੇ ਵਿੱਚ ਰਵਾਂਗੇ। ਤੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਦਾ ਹੁਕਮ ਤਾਂ ਸਾਨੂੰ ਇਹੀ ਹੈ ਕਿ ਕਲਯੁਗ ਦੇ ਸਮੇਂ ਦੇ ਵਿੱਚ ਤੁਹਾਨੂੰ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖ ਕੇ ਦਿੱਤੀ ਹੈ। ਮਹਾਰਾਜ ਜੀ ਕਹਿੰਦੇ ਨੇ, ਬਾਣੀ ਤਨ ਮਨ ਦੇ ਨਾਲ ਪੜ੍ਹੋ। ਜੇ ਤੁਸੀਂ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨੋਗੇ, ਤਨ ਮਨ ਦੇ ਨਾਲ ਬਾਣੀ ਨੂੰ ਪੜ੍ਹੋਗੇ, ਤੇ ਗੁਰਮੁਖੋ ਫਿਰ ਤੁਹਾਨੂੰ ਧੰਨ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਦੇ ਹੀ ਦਰਸ਼ਨ ਹੋਣਗੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਮਨ ਤਨ ਦੇ ਨਾਲ ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ ਦੀ ਪੂਜਾ ਕਰੋ, ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ, ਤੇ ਗੁਰਮੁਖੋ ਤੁਹਾਨੂੰ ਲੋਕ 'ਚ ਵੀ ਸੁੱਖ ਤੇ ਪਰਲੋਕ ਵਿੱਚ ਵੀ ਸੁੱਖ ਮਿਲੇਗਾ। ਇਸ ਤਰ੍ਹਾਂ ਗੁਰਮੁਖੋ ਆਪਾਂ ਇੱਕ ਸਾਖੀ ਦੀ ਵਿਚਾਰ ਕਰਨੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਨੂੰ ਉਤਾਰਦੇ ਨੇ। ਸੰਗਤਾਂ ਦੂਰੋਂ ਨੇੜਿਓਂ ਆਣ ਕੇ ਦਰਸ਼ਨ ਕਰਦੀਆਂ ਨੇ। ਉਸ ਸਮੇਂ ਇੱਕ ਸਿੱਖ ਹੋਇਆ। ਉਹ ਸਿੱਖ ਨੇ ਸੇਵਾ ਨਾ ਕਰਨੀ ਤੇ ਦੋਨੋਂ ਟਾਈਮ ਗੁਰੂ ਘਰੋਂ ਪ੍ਰਸ਼ਾਦਾ ਛਕਣਾ। ਕਈਆਂ ਸਿੱਖਾਂ ਨੇ ਵੀ ਉਹਨੂੰ ਕਹਿਣਾ ਕਿ ਭਾਈ ਤੂੰ ਕੋਈ ਸੇਵਾ ਕਰ ਲਿਆ ਕਰ, ਤੂੰ ਪ੍ਰਸ਼ਾਦਾ ਗੁਰੂ ਘਰੋਂ ਛਕਦਾ ਹੈ ਤੇ ਸੇਵਾ ਤੂੰ ਕੁਛ ਵੀ ਨਹੀਂ ਕਰਦਾ। ਇੱਥੇ ਤਾਂ ਗੁਰਮੁਖੋ ਪਿਆਰਿਓ ਧੇਲੀ ਪੌਲੀ ਪੌਲੀ ਕਰਕੇ ਲੋਕਾਂ ਨੇ ਆਪਣੀਆਂ ਸੁੱਖਣਾ ਦਾ ਚੜਾਇਆ ਹੁੰਦਾ ਹੈ। ਇੱਥੇ ਲੋਕਾਂ ਦਾ ਚੜਾਵਾ ਤੇ ਗੁਰਮੁਖੋ ਜਿਹੜਾ ਸੇਵਾ ਤੋਂ ਬਗੈਰ ਆਪਾਂ ਜਾ ਕੇ ਗੁਰੂ ਘਰ ਛਕਣਾ, ਉਹ ਸਾਡੇ ਵਾਸਤੇ ਚੰਗੀ ਗੱਲ ਨਹੀਂ। ਕਿਉਂਕਿ ਜੇ ਗੁਰੂ ਘਰੋਂ ਆਪਾਂ ਜਾ ਕੇ ਛਕਣਾ ਤੇ ਗੁਰੂ ਘਰ ਸਾਨੂੰ ਸੇਵਾ ਵੀ ਜ਼ਰੂਰ ਹੀ ਕਰਨੀ ਚਾਹੀਦੀ ਹੈ। ਕਿਉਂਕਿ ਇਹ ਜਿਹੜੇ ਹੱਥ ਆ
परमात्मा ने हत्थां दी सानू बख्शिश कीती आ, एडे सोहणे हत्थ दिते ने, ये सानू सेवा करन वास्ते ही दिते ने, ना कि लुट्टां मारां करन वास्ते। ये सानू पैर दिते सन कि गुरु घर धर्म की किरत करन वास्ते चल के जाण वास्ते दिते सन, कि धर्म की किरत कर, गुरु घर चल के जा। ते गुरमुखो, जे सानू ये जीभ दिती है परमात्मा ने, ये सानू नाम जपण वास्ते दिती है कि नाम जप ते तू सदा ही सुखी रहेगा। ते आपां गुरमुखो इस जीभ दे नाल किसे नू चंगा नहीं बोलते, इन्हां हत्थां दे नाल कोई चंगा काम नहीं करते, धर्म की किरत नहीं करते, इन्हां पैरां दे नाल पुट्ठे पासे तुर के जाने हाँ। गुरु घर वाले इन्हां पैरां दे नाल तुर के नहीं जाते, क्योंकि गुरु घर वाल नूं साडे पैर जाते ही नहीं। किसी कर्मां भागां वाले दे पैर जिहड़े वो गुरु घर वाल नूं चल के जाते हैं। ये अखां सानू दित्तियां सन, एक अखां सानू इस करके परमात्मा ने दित्तियां कि इन्हां अखां दे नाल चंगा वेख, माड़े पासे ना वेख, क्योंकि जे इन्हां अखां दी निगाह तूं चंगी बना लेगा, चंगा वेखेगा, हर एक नाल तेरा प्यार मुहब्बत वधूगा। ते गुरमुखो गुरु दीयां नज़रां विच भी फिर प्रवान हो जाईदा है। वो सिख ने सेवा ना करनी तो प्रशादा गुरु घरों छकना, सिखा ने उन्होंने कहना पर उन्हें गुरमुखो आखे ना लगना। एक दिन बाबा बुढ़ा साहब जी भी कहिंदे ने, कहिंदे भाई सिखा तू कोई काम कर लिया कर, कोई सेवा थोड़ी बहुती कर लिया कर। वो कहिंदा जे तां मैनू गुरु साहब हुक्म करनगे तो फिर मैं जरूर सेवा करूँगा, पर इस तरह मैं सेवा तुहाडे कहण ते नहीं करनी। बोलो सतनाम श्री वाहिगुरू। गुरमुखो कई गुरु घर के सिखां दे भी आखे नहीं लगते। हुण बाबा बुढ़ा साहब की पदवी कोई छोटी जी सी। बाबा बुढ़ा साहब जी ने 5 पातशाहियां नूं अपने हत्थीं गुरगद्दी दा तिलक लाया। ते गुरमुखो उन्हां कदी जिद नहीं कीती कि मैनूं भी गुरु बनाओ। ते अज गुरमुखो गुरुआं दे बराबर ही बाबा बुढ़ा साहब जी की भी पूजा हुंदी है। गुरमुखो वेखो बाबा बुढ़ा साहब जी भी गुरुआं वांगू ही पूजे जा रहे हैं। बोलो सतनाम श्री वाहिगुरू। क्योंकि जिन्हां ने भी शरधा भावना दे नाल सेवा कीती आ, गुरु घर जिद नहीं कीती, उन्होंने फिर परमात्मा ने कभी कोई घाटा नहीं रहन दिता। इन्हें सिखां दे कहण ते भी सिखां दे आखे ना लगना। कहंदा मैनू तां गुरु साहब कहणगे ते फिर मैं सेवा करनी, उस तरह मैं सेवा नहीं कर सकदा। जो गुरु साहब मैनू हुक्म लाउणगे मैं वो हुक्म मन्नूंगा। हुण सिखां सारियां ने इकट्ठियां होके धन गुरु अंगद देव जी नूं दस्सिया। गुरु अंगद देव साहब जी नूं कहिंदे ने सिख, कहिंदे गुरु साहब हे महाराज, वो सिख तां छकदा गुरु घरों है, प्रशादा गुरु घरों छकदा, पर सेवा बिल्कुल नहीं करता। वो कहंदा जे मैनूं गुरु साहब कहणगे तो फिर मैं सेवा करूँगा, जो गुरु साहब मैनूं हुक्म लाउणगे मैं हुक्म वो मन्नूंगा। गुरु साहब कहिंदे इहनूं भेजो साडे कोल। जद उस सिख नूं गुरमुखो सिखां ने कहा भी तैनूं गुरु साहब बुला रहे ने, ये गुरमुखो दवा दव आ गया भी मैनूं गुरु साहब ने बुलाया। गुरु साहब ने अगों फिर एक इहो जी सेवा दसी। गुरमुखो गुरु साहब कहिंदे ने भाई तू सेवा कर लिया कर। कहिंदा मैं सेवा करूँगा जी, तुसीं हुक्म करो। गुरु साहब ने हुक्म फिर ये लाता, हुक्म बड़ा कठिन लाया। किहड़ा हुक्म लाउंदे ने गुरु साहब? गुरु अंगद देव जी कहिंदे ने तू इस तरह कर, फलाणे जंगल विच चलिया जा, उत्थे जाके लकड़ां इकट्ठियां करके अग ला के ते उन्हां लकड़ां दे विच छाल मार दे। बोलो सतनाम श्री वाहिगुरू। गुरु अंगद देव साहब जी ने एडा कठिन हुक्म लाया। ये फिर चलिया गया। जद इन्हें लकड़ां इकट्ठियां करके अग बाल लई है, ਇਹਦਾ फिर हौसला नहीं पैंदा छाल मारन दा, क्योंकि गुरमुखो कोई सौखी गल नहीं कि लकड़ां इकट्ठियां करके अग ला के ते आपां विच छाल मार दईए। पर हुक्म मन्ने सो प्रवान। जिन्हें भी हुक्म गुरु दा मन लिया ते गुरमुखो ये भी हुक्म जे सानू मिल जाए गुरु साहब वालों, ये भी वचन आपां मान लीए
ਤੇ ਸਾਡੇ ਵਾਸਤੇ ਇਹ ਵੀ ਫਾਇਦੇਮੰਦ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਕਿਸੇ ਲੇਖੇ ਵਿੱਚ ਪੈ ਜਾਂਦਾ। ਇਹਦਾ ਹੌਸਲਾ ਨਾ ਪਵੇ ਲੱਕੜਾਂ ਦੇ ਵਿੱਚ ਛਾਲ ਮਾਰਨ ਦਾ, ਅੱਗ ਦੇ ਵਿੱਚ। ਉਧਰੋਂ ਗੁਰਮੁਖੋ ਇੱਕ ਚੋਰ ਭੱਜਾ ਆਵੇ, ਬਹੁਤ ਜਲਦੀ ਜਲਦੀ ਭੱਜਾ ਆਉਂਦਾ, ਤੇ ਚੋਰ ਆਣ ਕੇ ਇਹਦੇ ਲਾਗੇ ਖੜ ਗਿਆ। ਕਹਿੰਦਾ ਭਾਈ ਇੱਥੇ ਕਿਉਂ ਖੜਿਆ ਹੈ ਤੂੰ? ਇਹ ਲੱਕੜਾਂ ਦੇ ਦੁਆਲੇ ਕਿਉਂ ਖੜਿਆ ਹੈ ਅੱਗ ਬਾਲ ਕੇ? ਇਹ ਕਹਿੰਦਾ ਮੈਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਚਨ ਕੀਤਾ, ਹੁਕਮ ਕੀਤਾ ਹੈ ਮੈਨੂੰ ਕਿ ਲੱਕੜਾਂ ਦੀ ਅੱਗ ਬਾਲ ਕੇ ਤਾਂ ਤੂੰ ਛਾਲ ਮਾਰ ਕੇ ਵਿੱਚ ਸੜ ਜਾ। ਚੋਰ ਕਹਿੰਦਾ ਇਹਦੇ ਨਾਲੋਂ ਚੰਗੀ ਤਾਂ ਗੱਲ ਹੋ ਹੀ ਨਹੀਂ ਸਕਦੀ ਕੋਈ। ਕਹਿੰਦਾ ਨਹੀਂ, ਮੇਰਾ ਤਾਂ ਯਾਰ ਕੋਈ ਹੌਸਲਾ ਨਹੀਂ ਪੈਂਦਾ ਵੀ ਅੱਗ ਦੇ ਵਿੱਚ ਛਾਲ ਮਾਰ ਦੇਵਾਂ। ਤੇ ਚੋਰ ਗੁਰਮੁਖੋ ਪਿਆਰਿਓ ਸਾਰੀ ਉਮਰ ਚੋਰੀਆਂ ਕਰਦਿਆਂ ਲੰਘ ਗਈ। ਤੇ ਚੋਰ ਕਹਿੰਦਾ ਤੂੰ ਇਸ ਤਰ੍ਹਾਂ ਕਰ, ਇਹ ਜਿਹੜਾ ਗੁਰੂ ਸਾਹਿਬ ਦਾ ਹੁਕਮ ਹੈ ਇਹ ਮੈਨੂੰ ਦੇ ਦੇ, ਤੇ ਮੈਂ ਜਿਹੜੀ ਆ ਗਹਿਣਿਆਂ ਦੀ ਪੰਡ ਏਡੀ ਵੱਡੀ ਬੰਨ੍ਹ ਕੇ ਭੱਜਾ ਉਹਨਾਂ, ਚੱਕੀ ਆ ਉਹਨਾਂ ਸਿਰ ਉੱਪਰ, ਇਹ ਪੰਡ ਤੂੰ ਚੱਕ ਕੇ ਲੈ ਜਾ। ਇਹ ਤਾਂ ਗੁਰਮੁਖੋ ਖੁਸ਼ ਹੋ ਗਿਆ। ਕਹਿੰਦਾ ਇਹਦੇ ਨਾਲ ਦੀ ਤਾਂ ਗੱਲ ਹੀ ਕੋਈ ਨਹੀਂ, ਇਹ ਤਾਂ ਬਹੁਤ ਚੰਗੀ ਗੱਲ ਆ, ਮੈਂ ਤਾਂ ਐਵੇਂ ਹੀ ਸੜ ਜਾਣਾ ਸੀ ਗੁਰੂ ਦਾ ਹੁਕਮ ਮੰਨ ਕੇ। ਇਹਨੇ ਗੁਰਮੁਖੋ ਚੋਰ ਦੇ ਕੋਲੋਂ ਪੰਡ ਲੈ ਲਈ, ਗਹਿਣਿਆਂ ਵਾਲੀ, ਮਾਇਆ ਵਾਲੀ। ਇਹ ਸਿਰ ਤੇ ਚੱਕ ਕੇ ਪੰਡ ਤੇ ਭੱਜਾ ਜਾਂਦਾ। ਤੇ ਪਿੱਛੋਂ ਗੁਰਮੁਖੋ ਵਾਰ ਭੱਜੀ ਆਉਂਦੀ, ਉਹ ਚੋਰ ਦੇ ਮਗਰ ਲੱਗੀ। ਉਹ ਵਾਰ ਨੇ, ਇਹ ਚੋਰ ਤਾਂ ਸੜ ਗਿਆ ਅੱਗ ਦੇ ਵਿੱਚ ਛਾਲ ਮਾਰ ਕੇ, ਤੇ ਵਾਰ ਇਹਦੇ ਪਿੱਛੇ ਲੱਗ ਗਈ। ਤੇ ਵਾਰ ਨੇ ਇਹਨੂੰ ਘੇਰ ਲਿਆ ਗੁਰਮੁਖੋ। ਜਦੋਂ ਵਾਰ ਨੇ ਘੇਰਿਆ ਤੇ ਵਾਰ ਨੇ ਫਿਰ ਇਹਨੂੰ ਕੁੱਟਿਆ ਬਹੁਤ। ਵਾਰ ਨੇ ਫਿਰ ਕੁੱਟਿਆ ਵੀ ਤੇ ਪੁਲਿਸ ਕੋਲ ਫੜਾ ਦਿੱਤਾ। ਪੁਲਿਸ ਨੇ ਵੀ ਬਹੁਤ ਜੁਗਤ ਡੰਡਾ ਪ੍ਰਤੀਤ ਕੀਤਾ। ਤੇ ਗੁਰਮੁਖੋ ਪੁਲਿਸ ਨੇ ਫਿਰ ਜੱਜ ਦੇ ਕੋਲ ਪੇਸ਼ ਕਰ ਦਿੱਤਾ, ਤੇ ਜੱਜ ਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਤੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਗੁਰਮੁਖੋ ਪਿਆਰਿਓ, ਜਿਹੜਾ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਦਾ, ਜਿਹੜਾ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦਾ, ਉਹਨਾਂ ਬੰਦਿਆਂ ਦਾ ਆਹ ਹਾਲ ਹੁੰਦਾ ਹੈ। ਕਿਉਂਕਿ ਗੁਰੂ ਘਰ ਸੇਵਾ ਵੀ ਜੇ ਕਿਤੇ 10 ਮਿੰਟ ਆਪਾਂ ਕਰ ਲੈਂਦੇ ਹਾਂ, ਤੇ ਆਣ ਕੇ ਆਪਾਂ ਸਾਰੇ ਪਿੰਡ ਦੇ ਵਿੱਚ ਰੌਲਾ ਪਾਉਣਾ ਹੁੰਦਾ ਹੈ ਕਿ ਮੈਂ ਗੁਰੂ ਘਰ ਸੇਵਾ ਕਰਕੇ ਆਇਆ। ਤੇ ਗੁਰਮੁਖੋ ਜਿਨ੍ਹਾਂ ਸੇਵਾ ਕੀਤੀ ਆ ਉਹਨਾਂ ਰੌਲਾ ਨਹੀਂ ਪਾਇਆ। ਜਿਨ੍ਹਾਂ ਦਾਨ ਕੀਤਾ, ਕਿਉਂਕਿ ਪਹਿਲੀ ਗੱਲ ਤੇ ਆਪਾਂ ਦਾਨ ਦੇਣ ਵਾਲੇ ਹੁੰਨੇ ਕੌਣ ਆ? ਗੁਰੂ ਸਾਹਿਬ ਨੂੰ। ਦਿੱਤੀਆਂ ਹੋਈਆਂ ਦਾਤਾਂ ਤੇ ਉਹਦੀਆਂ ਨੇ ਸਾਰੀਆਂ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਆਪਾਂ ਵਰਤ ਰਹੇ ਹਾਂ। ਤੇ ਗੁਰਮੁਖੋ ਜੇ ਆਪਾਂ ਥੋੜ੍ਹਾ ਬਹੁਤਾ ਦਸਵੰਧ ਕੱਢ ਕੇ ਗੁਰੂ ਘਰ ਚੜ੍ਹਾਉਂਦੇ ਹਾਂ, ਤੇ ਉਹ ਵੀ ਆਪਾਂ ਲੋਕਾਂ ਨੂੰ ਦੱਸਦੇ ਹਾਂ ਵੀ ਆਪਾਂ ਗੁਰੂ ਘਰ ਫਲਾਣੀ ਚੀਜ਼ ਚੜ੍ਹਾ ਕੇ ਆਏ ਹਾਂ। ਫਿਰ ਆਪਾਂ, ਮੈਂ ਕਈ ਵੇਖੇ ਆ, ਉਹ ਆਪਣਾ ਜੇ ਕਿਤੇ ਪੱਖਾ ਚੜ੍ਹਾ ਦੇਣਗੇ, ਚਾਹੇ ਕੋਈ ਹੋਰ ਚੀਜ਼ ਚੜ੍ਹਾ ਦੇਣਗੇ, ਤੇ ਗੁਰਮੁਖੋ ਗੁਰੂ ਘਰ ਜਾ ਕੇ ਤੇ ਉਹਦੇ ਉੱਤੇ ਆਪਣਾ ਨਾਂ ਲਿਖਾ ਦੇਣਗੇ। ਇਹ ਵੀ ਕੰਮ ਗਲਤ ਹੈ। ਜੇ ਤੁਸੀਂ ਗੁਰੂ ਘਰ ਚੀਜ਼ ਚੜ੍ਹਾ ਹੀ ਦਿੱਤੀ, ਤੇ ਸਾਡਾ ਗੁਰਮੁਖੋ ਪਿਆਰੇ ਉਹਦੇ ਉੱਤੇ ਨਾਮ ਲਿਖਾਉਣ ਦਾ ਕੋਈ ਫਰਜ਼ ਨਹੀਂ ਬਣਦਾ, ਕਿਉਂਕਿ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਤੇ ਉਹ ਅਸੀਂ ਆਪਣੀਆਂ ਸਮਝੀ ਫਿਰਦੇ ਹਾਂ। ਆਪਣਾ ਸਾਡਾ ਇੱਥੇ ਕੁਛ ਨਹੀਂ ਗਾ, ਜੋ ਕੁਛ ਹੈ ਉਹ ਪਰਮਾਤਮਾ ਦਾ ਹੀ ਹੈ, ਉਹਦੀਆਂ ਦਿੱਤੀਆਂ ਹੋਈਆਂ ਸਾਰੀਆਂ ਦਾਤਾਂ ਨੇ। ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਜਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਸਾਡਾ ਬਹੁਤ ਹੀ ਵਧੀਆ ਪਿਆਰਾ ਜਥਾ ਹੈ, ਧਾਰਨਾ ਵਾਲੇ ਕੀਰਤਨ ਵਾਲਾ। ਜੇ ਕਿਸੇ ਨੇ ਬੁੱਕ ਕਰਨਾ ਹੋਵੇ ਤੇ ਇਸ ਨੰਬਰ ਦੇ ਉੱਤੇ ਜਥੇ ਨੂੰ ਬੁੱਕ ਕਰ ਸਕਦਾ ਹੈ। ਆਓ ਗੁਰਮੁਖੋ ਸਮਾਪਤੀ ਵੱਲ ਵਧੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।